हाँ जी स्टूडेंट्स, सो दिस वीडियो इज़ फॉर जनरल लेटर. इट इज़ ऑफ पर्सनल स्ट्रक्चर. इनका स्ट्रक्चर अपना पर्सनल है. ठीक है जी. तीन तरह ਦੀਆਂ ਲੈਟਰਸ ਨੇ. ਇਸ ਤੋਂ ਪਹਿਲਾਂ ਜੋ ਮੈਂ ਵੀਡੀਓ ਅਪਲੋਡ ਕੀਤੀ ਸੀਗੀ ਆਪਣੇ ਚੈਨਲ ਤੇ ਉਹਦੇ ਸਾਰਾ ਕੁਝ ਦੱਸਿਆ ਸੀਗਾ ਕਿ ਉਹ ਸਟਰਕਚਰ ਕਿਸ ਤਰੀਕੇ ਨਾਲ ਆਪਾਂ ਕਰਨਾ ਹੁੰਦਾ. ਇੱਕ ਹੈਗਾ ਫਾਰਮਲ, ਇੱਕ ਹੈਗਾ ਸੈਮੀ ਫਾਰਮਲ, ਇੱਕ ਹੈਗਾ ਇਹ ਪਰਸਨਲ. ਮਤਲਬ ਇਨਫਾਰਮਲ ਆ ਗਈ ਨਾ, ਪਰਸਨਲ ਦਾ ਮਤਲਬ ਉਹ ਹੋ ਗਿਆ. ਸੋ ਇਹ ਆਪਣੀ ਸਟੇਟਮੈਂਟ ਹੈ ਕਿ ਯੂ ਲਾਸਟ ਮੰਥ ਯੂ ਹੈਡ ਐਨ ਓਵਰਸੀਜ਼ ਹੌਲੀਡੇ. ਸਟੇਟਮੈਂਟ ਲਿਖਵਾਉਣ ਤੋਂ ਪਹਿਲਾਂ ਮੈਂ ਇੱਕ ਗੱਲ ਦੱਸਾਂਗਾ. ਜਿਹੜੀ ਪਰਸਨਲ ਲੈਟਰ ਹੁੰਦੀ ਹੈ ਇਹਦੇ 'ਚ ਯੂਅਰ ਫੇਥਫੁਲੀ ਨਹੀਂ ਲੱਗਦਾ. ਯੂਅਰ ਫੇਥਫੁਲੀ ਲੱਗਦਾ ਹੈ ਫਾਰਮਲ ਲੈਟਰ 'ਚ. ਯੂਅਰ ਸਿੰਸੀਅਰਲੀ ਲੱਗਦਾ ਹੈ ਸੈਮੀ ਫਾਰਮਲ ਜਾਂ ਸਮਟਾਈਮਸ ਇਨਫਾਰਮਲ. ਬਟ ਜਿਹੜੇ ਪਰਸਨਲ ਲੈਟਰ ਹੈ ਨਾ, ਇਹ ਡਿਪੈਂਡ ਕਰਦੀ ਹੈ ਆਪਾਂ ਕਿਹਨਾਂ ਨੂੰ ਲਿਖਦੇ ਪਏ ਹਾਂ. ਫੋਰ ਐਗਜ਼ਾਮਪਲ ਵੀ ਆਰ ਰਾਈਟਿੰਗ ਦਿਸ ਲੈਟਰ ਟੂ ਆਰ ਫਰੈਂਡ, ਬ੍ਰਦਰ, ਪੈਰੈਂਟਸ. ਉਹਨਾਂ ਦੀ ਡੈਜ਼ਿਗਨੇਸ਼ਨ ਦੇ ਹਿਸਾਬ ਨਾਲ ਆਪਾਂ ਉਹਨਾਂ ਨੂੰ ਰਿਸਪੈਕਟ ਦਿੰਦੇ ਹਾਂ. ਇਜ਼ ਇਟ ਕਲੀਅਰ ਕਿ ਉਹਨਾਂ ਦੀ ਡੈਜ਼ਿਗਨੇਸ਼ਨ ਕੀ ਹੈ. ਆਪਾਂ ਕਿਸੇ ਆਪਣੇ ਬ੍ਰਦਰ ਨੂੰ, ਆਪਣੇ ਫਰੈਂਡ ਨੂੰ ਲਿਖਿਆ, ਉਹਨੂੰ ਕਿਹਾ ਕਿ ਚੱਲ ਤੇਰੇ ਪੇਪਰ ਹੈ, ਤੇਰੇ ਪੇਪਰ ਵਧੀਆ ਹੋ ਜਾਣ, ਠੀਕ ਹੈ, ਮੈਂ ਤੈਨੂੰ ਤਾਂ ਬੈਸਟ ਆਫ ਲੱਕ ਲੈਟਰ ਲਿਖ ਰਿਹਾ. ਇਹਦਾ ਜਿਹੜਾ ਆਪਾਂ ਸਾਈਨਿੰਗ ਆਫ ਕਰਾਂਗੇ, ਸਿਗਨੇਚਰ ਦਵਾਂਗੇ ਲਾਸਟ ਤੇ, ਉਹ ਨਾ ਤਾਂ ਯੂਅਰ ਸਿੰਸੀਅਰਲੀ ਹੋਊਗਾ, ਨਾ ਯੂਅਰ ਫੇਥਫੁਲੀ. ਬ੍ਰਦਰ ਦੇ ਪੇਪਰ ਆਉਣ ਵਾਲੇ ਆ ਜਾਂ ਫਰੈਂਡ ਦੇ ਪੇਪਰ ਆਉਣ ਵਾਲੇ ਆ, ਆਪਾਂ ਲਿਖਾਂਗੇ ਆਲ ਦੀ ਬੈਸਟ, ਆਪਣਾ ਤੁਹਾਡਾ ਨਾਮ ਜੋ ਵੀ ਹੈ. ਠੀਕ ਹੈ. ਜੇ ਮੰਨ ਲਓ ਤੁਸੀਂ ਕਿਸੇ ਨੂੰ ਕਹਿੰਦੇ ਪਏ ਹੋ ਕਿ ਤੁਸੀਂ ਬਾਹਰ ਜਾ ਰਹੇ ਹੋ, ਜ਼ਿੰਦਗੀ ਤੁਹਾਡੀ ਵਧੀਆ ਬਣ ਰਹੀ ਹੈ, ਤੁਸੀਂ ਵੱਡੇ ਹੋ ਉਹਨਾਂ ਤੋਂ, ਤੁਸੀਂ ਉਹਦੇ ਤੇ ਸਾਈਨਿੰਗ ਆਫ ਕਰੋਗੇ ਲਿਖ ਕੇ ਲੋਡਸ ਆਫ ਲਵ. ਠੀਕ ਆ, ਆਪਾਂ ਆਸ਼ੀਰਵਾਦ ਦਿੰਦੇ ਪਏ ਆ, ਬਲੈਸਿੰਗਸ ਦੇ ਰਹੇ ਹੋ ਤੁਸੀਂ. ਕੋਈ ਬਿਮਾਰ ਹੈ, ਉਹਨੂੰ ਬਿਮਾਰੀ ਤੋਂ ਉੱਠਣ ਦੇ ਲਈ ਕਿ ਤੁਸੀਂ ਜਲਦੀ ਜਲਦੀ ਠੀਕ ਹੋ ਜਾਓ, ਸਾਡੀ ਆਹੀ ਅਰਦਾਸ ਹੈ. ਉਹਦੇ 'ਚ ਤੁਸੀਂ ਕੀ ਲਿਖੋਗੇ? ਗੈਟ ਵੈਲ ਸੂਨ. ਮਤਲਬ ਬੱਚਾ ਕੀ ਕਰਦਾ ਹੈ, ਜਨਰਲ ਵਾਲਾ ਕੈਂਡੀਡੇਟ ਕੀ ਕਹਿੰਦਾ ਕਿ ਮੇਰੇ ਬੈਂਡ ਨਹੀਂ ਆਉਂਦੇ, ਮੇਰੇ 6 ਰਹਿ ਜਾਂਦੇ, 6.5 ਰਹਿ ਜਾਂਦੇ. ਆ ਨਿੱਕੀਆਂ ਜਿਹੀਆਂ ਗਲਤੀਆਂ ਬਸ ਆ ਦੂਰ ਕਰ ਲਓ, ਬੈਂਡ ਆਟੋਮੈਟਿਕਲੀ ਆ ਜਾਣਗੇ. ਠੀਕ ਹੈ ਨਾ. ਸੋ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ, ਕਿਸੇ ਨੂੰ ਤੁਸੀਂ ਕਹਿ ਰਹੇ ਹੋ ਆ ਤਾਂ ਮੈਨੂੰ ਮਿਲ, ਮੈਂ ਫੰਕਸ਼ਨ ਰੱਖਿਆ, ਮੈਂ ਪਾਰਟੀ ਰੱਖੀ ਹੈ, ਤੁਸੀਂ ਆ ਕੇ ਮੈਨੂੰ ਮਿਲੋ. ਤੁਸੀਂ ਉੱਥੇ ਲਿਖ ਸਕਦੇ ਹੋ ਸੀ ਯੂ ਸੂਨ, ਕਿ ਤੁਹਾਨੂੰ ਜਲਦੀ ਮਿਲਾਂਗੇ. ਓਨਲੀ ਸੀ ਯੂ ਸੂਨ. ਸਾਈਨਿੰਗ ਆਫ ਕਰਦੇ ਪਏ ਨਾ ਉਹ ਅਖੀਰ ਤੇ ਆ ਕੇ, ਸਿਗਨੇਚਰ ਦੇ ਰਹੇ ਹਾਂ ਉਹਨੂੰ ਆਪਾਂ. ਨਹੀਂ, ਕੁਝ ਵੀ ਨਹੀਂ, ਕੋਮਾ. ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ, ਕਿਸੇ ਨੂੰ ਕਹਿੰਦੇ ਪਏ ਆ ਕਿ ਤੁਸੀਂ ਕੋਈ ਬਰਥਡੇ ਪਾਰਟੀ ਰੱਖੀ ਹੈ, ਮੈਂ ਨਹੀਂ ਆ ਸਕਦਾ ਉਹਦੇ ਤੇ. ਹੁਣ ਕੋਈ ਬੌਸ ਨੇ ਬਰਥਡੇ ਪਾਰਟੀ, ਬੌਸ ਨੇ ਕੋਈ ਮੀਟਿੰਗ ਰੱਖੀ, ਆਪਾਂ ਨਹੀਂ ਜਾ ਸਕੇ, ਉਹਨੂੰ ਤਾਂ ਆਪਾਂ ਲਿਖਾਂਗੇ ਯੂਅਰ ਫੇਥਫੁਲੀ, ਅਖੀਰ ਤੇ ਮਾਫੀ ਮੰਗ ਕੇ, ਆਈ ਰੀਅਲੀ ਅਪੋਲੋਜਾਈਜ਼. ਕਿਸੇ ਸੈਮੀ ਫਾਰਮਲ ਦੇ ਵਿੱਚ ਯੂਅਰ ਫੇਥਫੁਲੀ. ਪਰ ਪਰਸਨਲ ਲੈਟਰ ਦੇ ਵਿੱਚ ਕੋਈ ਤੁਹਾਡੇ ਤੋਂ ਪਾਰਟੀ ਰੱਖ ਕੇ ਬੈਠਾ, ਤੁਸੀਂ ਨਹੀਂ ਜਾ ਸਕੇ, ਤੁਸੀਂ ਅਖੀਰ ਤੇ ਲਿਖ ਦੋਗੇ ਸਿੱਧਾ ਸੌਰੀ. ਠੀਕ ਹੈ. ਕਹਿ ਦਾਂਗੇ ਆਈ ਹੋਪ ਯੂ ਵਿਲ ਅੰਡਰਸਟੈਂਡ ਮਾਈ ਟਰਬਲ. ਠੀਕ ਹੈ, ਸੌਰੀ, ਯੂਅਰ ਨੇਮ. ਮਤਲਬ ਜਿਹੜੀ ਪਰਸਨਲ ਲੈਟਰ ਦਾ ਮਤਲਬ ਹੀ ਪਰਸਨਲ ਹੈ. ਠੀਕ ਹੈ. ਸੋ ਆਪਾਂ ਉਸ ਤਰੀਕੇ ਨਾਲ ਕੰਮ ਕਰਨਾ ਹੈ. ਕੋਈ ਵੀ ਚੀਜ਼ ਤੁਹਾਨੂੰ ਇਹਦੇ ਤੇ ਨਾ ਸਮਝ ਆਵੇ ਨਾ, ਤੁਸੀਂ ਲੈਟਰ ਨੂੰ ਬੜੇ ਧਿਆਨ ਨਾਲ ਦੇਖ ਕੇ ਪਹਿਲੇ ਪਛਾਣੋ ਪੇਪਰ ਦੇ ਵਿੱਚ ਕਿ ਲੈਟਰ ਆਈ ਕਿਸ ਤਰੀਕੇ ਦੀ ਹੈ. ਇੱਕ ਦਿਨ ਦੀ ਖੇਡ ਆ ਲੈਟਰ ਦੇ ਉੱਤੇ ਫੋਕਸ ਕਰਨਾ. ਸੋ ਦਿਸ ਇਜ਼ ਆਰ ਪਰਸਨਲ ਲੈਟਰ. ਲਾਸਟ ਮੰਥ ਯੂ ਹੈਡ ਐਨ ਓਵਰਸੀਜ਼ ਹੌਲੀਡੇ. ਮਤਲਬ ਸਮਝੋ, ਲਿਖੋ ਨਾ ਹੱਲੇ, ਸਮਝੋ ਪਹਿਲੇ ਕਿ ਪਿਛਲੇ ਮੰਥ ਤੁਸੀਂ ਇੱਕ ਓਵਰਸੀਜ਼ ਹੌਲੀਡੇ ਲਈ ਆ ਵਿਦ ਸਮ ਫਰੈਂਡਸ, ਕੁਝ ਇੱਕ ਦੋਸਤਾਂ ਦੇ ਨਾਲ. ਵੇਅਰ ਯੂ ਸਟੇਡ ਐਟ ਦੇਅਰ ਹਾਊਸ, ਜਿੱਥੇ ਤੁਸੀਂ ਉਹਨਾਂ ਦੇ ਘਰ 'ਚ ਰਹੇ. ਸਭ ਤੋਂ ਪਹਿਲੇ ਤਾਂ ਆਹ ਦੇਖ ਲਓ, ਓਵਰਸੀਜ਼ ਹੌਲੀਡੇ ਹੈ, ਤੁਹਾਨੂੰ ਉਹਦੇ ਦੇਸ਼ ਬਾਰੇ ਦੱਸਣਾ ਪੈਣਾ. ਇੰਡੀਆ ਵਿੱਚ ਨਹੀਂ ਘੁੰਮਣਾ ਆਪਾਂ. ਹੁਣ ਬੜਾ ਧਿਆਨ ਉਹਨੇ ਜਾਣ ਕੇ ਵਰਡ ਯੂਜ਼ ਕੀਤਾ ਓਵਰਸੀਜ਼, ਅਦਰਵਾਈਜ਼ ਉਹ ਯੂਜ਼ ਕਰ ਸਕਦਾ ਸੀ ਕੱਲਾ ਹੌਲੀਡੇਜ਼. ਇਹਦਾ ਮਤਲਬ ਤੁਹਾਡਾ IQ ਲੈਵਲ ਚੈੱਕ ਕਰੂਗਾ. ਹੁਣ ਦੇ ਹੈਵ ਜਸਟ ਸੈਂਟ ਯੂ ਸਮ ਹੌਲੀਡੇ ਫੋਟੋਜ਼. ਉਹਨਾਂ ਨੇ ਤੁਹਾਨੂੰ ਹੁਣ ਜਾ ਕੇ ਫੋਟੋ ਸੈਂਡ ਕੀਤੀ ਹੈ. ਮਤਲਬ ਪਿਛਲੇ ਮੰਥ ਤੁਸੀਂ ਉਹਨਾਂ ਕੋਲ ਅਟੈਂਡ ਕੀਤਾ, ਦੇਸ਼ ਉਹਨਾਂ ਨਾਲ ਘੁੰਮੇ ਤੁਸੀਂ, ਪਰ ਫੋਟੋਜ਼ ਤੁਹਾਨੂੰ ਉਹਨਾਂ ਨੇ ਹੁਣੇ ਸੈਂਡ ਕੀਤੀਆਂ. ਮਤਲਬ ਟਾਈਮ ਡਿਲੇ ਕਰਤਾ ਉਹਨਾਂ ਨੇ. ਰਾਈਟ ਅ ਲੈਟਰ ਟੂ ਯੂਅਰ ਫਰੈਂਡਸ. ਹੁਣ ਦੇਖੋ, ਇੱਥੇ ਰੁਕੋ. ਹੁਣ ਸਭ ਤੋਂ ਪਹਿਲੇ ਇੰਟਰੋਡਕਸ਼ਨ ਸਟਾਰਟ ਕਰਦੇ ਹਾਂ. ਉਹਨੂੰ ਆਪਾਂ ਦੱਸਣਾ ਹੁੰਦਾ ਵਾਈ ਯੂ ਆਰ ਰਾਈਟਿੰਗ ਦਿਸ ਲੈਟਰ. ਫਸਟ ਪੈਰਾਗ੍ਰਾਫ ਹੋ ਗਿਆ. ਅਗਲਾ ਪੈਰਾਗ੍ਰਾਫ ਥੈਂਕ ਯੂ ਔਰ ਥੈਂਕ them ਫॉर ਦਾ ਹੌਲੀਡੇ ਐਂਡ ਦਾ ਫੋਟੋਜ਼. ਹੁਣ ਇੱਕ ਤਾਂ ਉਹਨਾਂ ਨੇ ਤੁਹਾਨੂੰ ਹੌਲੀਡੇ 'ਚ ਬੜਾ ਘੁਮਾਇਆ ਫਿਰਾਇਆ, ਉਹਦਾ ਥੈਂਕ ਯੂ ਕਰੋ. ਪਲੱਸ ਉਹਨਾਂ ਨੇ ਤੁਹਾਨੂੰ ਫੋਟੋਗ੍ਰਾਫਸ ਭੇਜੀਆਂ, ਉਹਨਾਂ ਦਾ ਥੈਂਕ ਯੂ ਕਰੋ. ਇੱਕ BP ਹੋਰ ਬਣ ਗਿਆ. ਐਕਸਪਲੇਨ ਵਾਈ ਯੂ ਡਿਡਨਟ ਰਾਈਟ ਅਰਲੀਅਰ. ਹੁਣ ਤੁਸੀਂ ਇੱਕ ਗੱਲ ਦੇਖੋ, ਡਿਡਨਟ. ਜਦੋਂ ਵੀ ਸੈਮੀ ਫਾਰਮਲ ਐਂਡ ਪਰਸਨਲ ਲੈਟਰ ਲਿਖਣੀ ਹੈ, ਵੀ ਹੈਵ ਟੂ ਯੂਜ਼ ਕੰਟਰੈਕਸ਼ਨਸ. ਆਪਾਂ ਕੀ ਯੂਜ਼ ਕਰਨਾ ਹੈ? ਕੰਟਰੈਕਸ਼ਨਸ. ਕੰਟਰੈਕਸ਼ਨ ਮਤਲਬ ਆਈ ਹੈਵ, ਆਈ VE, I have. ठीक है. I will, ILL, I will. So this is known to say contraction.
ਇਜ਼ ਇਟ ਕਲੀਅਰ? ਸੋ ਹੁਣ ਆਪਾਂ ਸਟਾਰਟ ਕਰਾਂਗੇ ਇਹਦੇ ਨਾਲ ਹੀ। ਹਾਂ ਬਿਲਕੁਲ। ਆਪਣੇ ਫਰੈਂਡ ਦਾ ਨਾਮ ਤੁਸੀਂ ਲਿਖ ਸਕਦੇ ਹੋ, ਜੋ ਵੀ ਨਾਮ ਆਪਾਂ ਬਣਾਤਾ। ਫੋਰ ਐਗਜ਼ਾਮਪਲ ਆਪਾਂ ਜੈਕੀ ਦੇ ਦਿੱਤਾ, ਹਾਈ ਜੈਕੀ। ਡੀਅਰ ਵੀ ਲਿਖ ਸਕਦੇ ਹੋ ਕਿ ਹਾਈ ਲਿਖਣਾ ਚਾਹੀਏ? ਡੀਅਰ ਵੀ ਲਿਖ ਸਕਦੇ ਹੋ, ਹਾਈ ਵੀ ਲਿਖ ਸਕਦੇ ਹੋ, ਕਿਉਂਕਿ ਸੈਮੀ ਫਾਰਮ ਆਫ ਪਰਸਨਲ ਲੈਟਰ ਆ। ਬਾਕੀ ਦੋਵਾਂ 'ਚ ਡੀਅਰ ਲੱਗੂਗਾ, ਹਾਂ ਇੱਥੇ ਹਾਈ, ਕਿਉਂਕਿ ਦੋਸਤ ਨੂੰ ਲਿਖਦੇ ਪਏ ਆ। ਪਰ ਵੱਡੀ ਗੱਲ ਪਤਾ ਕੀ ਹੈ, ਐਗਜ਼ਾਮ ਦੇ ਵਿੱਚ ਉਹਨਾਂ ਲਿਖਿਆ ਹੁੰਦਾ ਦੇयर इज नो ਨੀਡ ਆਫ ਰਾਈਟਿੰਗ ਦਿਸ, ਸਿੱਧਾ ਸਟਾਰਟ ਕਰੋ ਡੀਅਰ ਸਰ ਔਰ ਡੀਅਰ ਮੈਮ। ਇਹ ਉਹਨਾਂ ਦੀ ਮਰਜ਼ੀ ਹੈ, ਜੇ ਪਰਸਨਲ ਆਈ ਉਹ ਲਿਖਿਆ ਹੋਊਗਾ ਉਹਨਾਂ ਨੇ ਆਲਰੇਡੀ। ਇਹ ਤਾਂ ਮੈਂ ਵੈਸੇ ਤੁਹਾਨੂੰ ਤਾਂ ਦੱਸ ਰਿਹਾ ਇਨ ਕੇਸ ਨਾ ਲਿਖਿਆ ਹੋਵੇ, ਜੋ ਕਿ ਹੋਣ ਨਹੀਂ ਲੱਗਾ, ਪਰ ਫਿਰ ਵੀ ਮੇਰਾ ਫਰਜ਼ ਹੈ ਤੁਹਾਨੂੰ ਦੱਸਣਾ। ਡਾਇਰੈਕਟ ਆਈ ਐਮ ਰਾਈਟਿੰਗ ਦਿਸ ਲੈਟਰ ਟੂ ਯੂ। ਠੀਕ ਹੈ। ਹੁਣ ਹਾਈ ਜੈਕੀ, ਹੁਣ ਲੈਟਰ ਕਿਹੜੀ ਹੈ? ਪਰਸਨਲ। ਜੇ ਤਾਂ ਹੁੰਦੀ ਕੋਈ ਬੌਸ ਨੂੰ ਲਿਖਦੇ, ਫਿਰ ਆਪਾਂ ਲਿਖਣਾ ਸੀ ਆਈ ਐਮ ਰਾਈਟਿੰਗ ਦਿਸ ਲੈਟਰ। ਫੋਰ ਐਗਜ਼ਾਮਪਲ ਮੈਂ ਲਿਖ ਕੇ ਦਿਖਾ ਦਿੰਦਾ, ਆਈ ਐਮ ਰਾਈਟਿੰਗ ਦਿਸ ਲੈਟਰ ਟੂ ਯੂ। ਇਹ ਸੀਗੀ ਫਾਰਮਲ, ਇਹ ਸੀਗਾ ਫਾਰਮਲ ਸਟਰਕਚਰ। ਠੀਕ ਹੈ। ਉੱਪਰ ਡੀਅਰ ਆ ਜਾਣਾ ਸੀਗਾ। ਜੇ ਤੁਹਾਡਾ ਸੈਮੀ ਫਾਰਮਲ ਹੁੰਦਾ, ਆਈ ਐਮ ਰਾਈਟਿੰਗ। ਕੰਟਰੈਕਸ਼ਨ ਤੋਂ ਸਮਝ, ਚੈੱਕ ਕਰਨ ਵਾਲੇ ਨੂੰ ਸਮਝ ਲੱਗਣੀ ਸ਼ੁਰੂ ਹੋ ਗਈ ਕਿ ਬੱਚੇ ਨੂੰ ਆਈਡੀਆ ਕਲੀਅਰ ਹੈ ਸਾਰਾ। ਠੀਕ ਹੈ ਕਿ ਵੀ ਆਰ ਨੋਟ, ਵੀ ਆਰ ਸੇਇੰਗ, ਵੀ ਆਰ ਜਸਟ ਹੀਅਰ ਕਿ ਵੀ ਆਰ ਫੈਮਿਲੀਅਰ ਵਿਦ ਦ ਸਟੇਟਮੈਂਟ। ਦਿਸ ਸਟੇਟਮੈਂਟ ਇਜ਼ ਨੋਟ ਲਾਈਕ ਐਨ ਏਲੀਅਨ ਟੂ ਅਸ। ਇਹ ਆਪਣੇ ਲਈ ਏਲੀਅਨ ਨਹੀਂ ਹੈਗੀ, ਆਪਾਂ ਨੂੰ ਕਲੈਰਿਟੀ ਹੈ ਸਾਰੀ। ਹੁਣ ਲੈਟਰ ਕਿਹੜੀ ਆਈ ਹੈ ਸਟੂਡੈਂਟਸ? ਸੋ ਆ ਸੀਗੀ ਸੈਮੀ ਫਾਰਮਲ, ਪਰ ਹੁਣ ਆਪਾਂ ਨੂੰ ਆਈ ਹੋਈ ਹੈ ਪਰਸਨਲ, ਮਤਲਬ ਫੁਲੀ ਇਨਫਾਰਮਲ, ਟੋਟਲੀ। ਸੋ ਮੈਂ ਸਟਾਰਟ ਕਰਵਾਉਣ ਲੱਗਾ, ਆਈ ਹੋਪ ਦਿਸ ਲੈਟਰ ਫਾਈਂਡਸ ਯੂ ਵੈਲ। ਕਿ ਮੈਂ ਆਸ਼ਾ ਕਰਦਾ ਇਹ ਲੈਟਰ ਤੈਨੂੰ ਜਦੋਂ ਮਿਲੂਗੀ ਤੁਸੀਂ ਇੱਕ ਬਹੁਤ ਵਧੀਆ ਹਾਈਟਸ 'ਚ ਹੋਵੋਗੇ, ਮਤਲਬ ਗੁੱਡ ਸਪਿਰਿਟਸ ਆਪਾਂ ਕਹਿ ਸਕਦੇ ਹਾਂ। ਕਈ ਬੱਚੇ ਲਿਖਦੇ ਆ ਆਈ ਹੋਪ ਦਿਸ ਲੈਟਰ ਫਾਈਂਡਸ ਯੂ ਇਨ ਗੁੱਡ ਸਪਿਰਿਟਸ, ਆ ਵੀ ਲਿਖ ਦਿੰਦੇ ਆ, ਪਰ ਫਾਈਂਡਸ ਯੂ ਵੈਲ ਬਹੁਤ ਵਧੀਆ, ਬਹੁਤ ਵਧੀਆ ਸਟਾਰਟਿੰਗ ਹੈ। ਠੀਕ ਹੈ। ਤੁਸੀਂ ਸਾਈਨਿੰਗ ਇਨ ਇਹਦੇ ਨਾਲ ਦੇ ਸਕਦੇ ਹੋ। ਠੀਕ ਹੈ। ਅੱਗੋਂ ਮੈਂ ਕੀ ਲਿਖਵਾਵਾਂਗਾ, ਵੀ ਹੈਵ ਸਪੈਂਡ। ਹੁਣ ਦੇਖੋ ਮੈਂ ਕੰਟਰੈਕਸ਼ਨ ਨਹੀਂ ਯੂਜ਼ ਕਰ ਰਿਹਾ ਇੱਥੇ, ਇਹ ਮੇਰੀ ਮਰਜ਼ੀ ਹੈ, ਇਹਦਾ ਕੋਈ ਨੁਕਸਾਨ ਨਹੀਂ, ਕਰਾਂਗੇ ਵੀ ਨਹੀਂ ਵੀ ਕਰਾਂਗੇ ਇੱਕ ਅੱਧੀ ਵਾਰ। ਠੀਕ ਹੈ। ਵੀ ਹੈਵ ਸਪੈਂਟ। ਹੁਣ ਤੁਸੀਂ ਵੀ ਹੈਡ ਵੀ ਲਗਾ ਸਕਦੇ ਹੋ, ਆਪਾਂ ਸਪੈਂਡ ਕੀਤਾ ਸੀ ਜਾਂ ਕੀਤਾ ਹੈ, ਬੋਥ ਆਰ ਐਕਸੈਪਟੇਬਲ ਹੀ ਹੈ। ਨਾ ਹੈ ਹੀ ਨਹੀਂ ਕੋਈ। ਠੀਕ ਹੈ। ਵੀ ਹੈਵ ਸਪੈਂਟ ਅ ਗ੍ਰੇਟ ਟਾਈਮ ਟੂਗੈਦਰ ਡੈਟ ਇਨਕਲਕੇਟਿਡ। What is the meaning of inculcate? Enrich ਕਰਨਾ। ਆਪਾਂ ਬੜਾ ਸੋਹਣਾ ਇਕੱਠਾ ਸਮਾਂ ਹੁਣੇ ਬਤਾਇਆ ਇਕੱਠੇ। That inculcated, ਜਿਹਨੇ ਮੇਰੇ ਅੰਦਰ peace and tranquility, ਠੀਕ ਹੈ, peace and tranquility in me। ਠੀਕ ਹੈ। ਕਿ ਆਪਾਂ ਬਹੁਤ ਸੋਹਣਾ ਸਮਾਂ ਇਕੱਠਾ ਬਤਾਇਆ ਜਿੰਨੇ ਮੇਰੇ ਅੰਦਰ ਪੀਸ ਤੇ ਟ੍ਰੈਂਕੁਇਲਿਟੀ ਇਨਕਲਕੇਟ ਕਰਤੀ। ਠੀਕ ਹੈ। ਹੁਣ ਆਪਾਂ ਨਾਲ ਹੀ ਸ਼ੁਰੂ ਕਰਦੇ ਲੱਗੇ ਆ। ਹੁਣ ਅਗਲਾ ਸਟਾਰਟ ਹੋ ਗਿਆ, ਥੈਂਕ them ਫॉर ਦਾ ਹੌਲੀਡੇ। ਧਿਆਨ ਰੱਖਣਾ ਹੈ ਬੁਲੇਟਸ ਨਾ ਪਿੱਛੇ ਹੋਣ, ਬੁਲੇਟ ਆਪਣਾ ਇੱਕ ਕਵਰ ਹੋਣਾ ਚਾਹੀਦਾ ਹੈ। ਆਈ ਐਮ ਥੈਂਕਫੁਲ। ਸੋ ਕੰਟਰੈਕਸ਼ਨ ਯੂਜ਼ ਕੀਤੀ ਆਪਾਂ। ਬੁਲੇਟਸ ਵਿੱਚ ਸੀਕੁਐਂਸ ਹੀ ਯੂਜ਼ ਕਰਨਾ ਹੈ। ਹਾਂਜੀ, ਬੁਲੇਟ ਹਮੇਸ਼ਾ ਸੀਕੁਐਂਸ ਦੇ ਵਿੱਚ ਹੀ ਯੂਜ਼ ਕਰਨੇ ਆ, ਅਦਰਵਾਈਜ਼ ਬੈਂਡ ਰਿਡਕਸ਼ਨ ਤੁਹਾਡੀ ਹੋ ਸਕਦੀ ਹੈ। ਸਰ ਇਹਦੇ ਵਿੱਚ ਇਹ ਤਾਂ ਨਹੀਂ ਹੈ ਲਾਈਕ ਜਿਵੇਂ ਹੁਣ ਆਪਾਂ ਪਹਿਲਾਂ ਲਿਖਿਆ ਉਹ ਆਰ ਸੀ ਲਿਖਿਆ ਨਾ ਕਿ ਇਨਕਲਕੇਟ ਪੀਸ ਐਂਡ ਟ੍ਰੈਂਕੁਇਲਿਟੀ, ਉਸ ਤੋਂ ਬਾਅਦ ਨੈਕਸਟ ਜੇ ਆਪਾਂ ਕਰਨਾ ਤਾਂ ਇਹ ਤਾਂ ਨਹੀਂ ਨੈਕਸਟ ਸਟੈਂਜਾ ਤੋਂ ਸਟਾਰਟ ਕਰਨਾ ਜ਼ਰੂਰੀ ਕਰਨਾ, ਨੈਕਸਟ ਸਟੈਂਜਾ ਹੀ ਹੈ। ਬਟ ਪ੍ਰੋਬਲਮ ਕੀ ਹੈ, ਆਪਣੀ ਇੱਕ ਲਾਈਨ ਬਣੀ ਹੈ। ਠੀਕ ਹੈ। ਸੋ ਆਪਾਂ ਉਹਦੇ ਵਿੱਚ ਸਟਾਰਟ ਕਰ ਰਹੇ। ਜੇ ਕਈ ਵਾਰ ਆਪਾਂ ਲਾਈਨ ਵੱਡੀ ਕਰ ਦਈਏ, ਕਿਉਂਕਿ ਫਾਰਮਲ ਦੇ ਵਿੱਚ ਵੱਡੀ ਹੋ ਜਾਂਦੀ ਹੈ ਲਾਈਨ, ਉਦੋਂ ਨੈਕਸਟ ਪੈਰਾਗ੍ਰਾਫ ਸ਼ੁਰੂ ਕਰੋ। ਹਾਂਜੀ। ਸੋ ਆਈ ਐਮ ਥੈਂਕਫੁਲ ਟੂ ਆਲ ਆਫ ਯੂ ਫॉर the amazing and memorable holidays we spent together at your place in Canada। at your place in Canada, overseas ਚਲੇ ਗਏ ਆਪਾਂ।
ਠੀਕ ਹੈ, ਪਰ ਮੈਂ ਹੁਣ ਇੱਕ ਗੱਲ ਦੱਸਦਾ, ਕੈਨੇਡਾ ਰਹਿਣ ਦਿਓ, ਇੱਥੇ ਲਗਾਓ ਇਨ ਦਾ ਯੂਕੇ, ਕਿਉਂਕਿ ਬੜੇ ਲੋਕਾਂ ਨੂੰ ਆ ਨਹੀਂ ਪਤਾ ਯੂਕੇ, USA, ਫਿਲੀਪੀਨਸ, ਜਿਹੜੇ ਕੰਟਰੀ ਦੇ ਨਾਮ ਦੇ ਵਿੱਚ ਐਸ ਪੈਂਦਾ ਉਹਦੇ ਨਾਮ ਦੇ ਅੱਗੇ ਦਾ ਲੱਗਦਾ ਹੈ। ਦਾ ਯੂਨਾਈਟਿਡ ਕਿੰਗਡਮ, ਦਾ USA, ਦਾ ਫਿਲੀਪੀਨਸ, ਦਾ ਨੀਦਰਲੈਂਡਸ, ਦਾ ਯੂਨਾਈਟਿਡ ਅਰੇਬੀਅਨ ਐਮੀਰਾਤਸ, UAE, ਕਿਉਂਕਿ ਇੱਕ ਕੰਬੀਨੇਸ਼ਨ ਹੈ ਨਾ ਕੰਟਰੀਜ਼ ਦਾ, ਕਲੈਕਸ਼ਨ ਹੈ, ਠੀਕ ਹੈ। ਇਨ ਦਾ UK, the photos यहाँ हाले उन्हें थोड़ा लिखिए और I am blessed to have friends like I am blessed to have friends like you। ਠੀਕ ਹੈ ਜੀ। ਸੋ ਆਪਾਂ ਹੌਲੀਡੇ ਦਾ ਥੈਂਕ ਯੂ ਕਰਤਾ, ਜਾਂ ਤੁਸੀਂ ਕਹਿ ਸਕਦੇ ਹੋ ਇਟ ਵਾਸ ਐਨ ਅਨਫੋਰਗੇਟੇਬਲ ਟੂਰ ਫॉर ਮੀ। ਆ ਮੇਰੇ ਲਈ ਇੱਕ ਅਨਫੋਰਗੇਟੇਬਲ ਟੂਰ ਸੀਗਾ, ਜੋ ਮਰਜ਼ੀ ਲਿਖ ਸਕਦੇ ਹੋ। ਹੁਣ ਆਪਾਂ ਨੂੰ ਕਹਿ ਰਹੇ ਹਾਂ ਫੋਟੋਜ਼ ਦਾ ਵੀ ਥੈਂਕ ਯੂ ਕਰੋ। ਮੋਰ ਓਵਰ ਦ ਫੋਟੋਜ਼ you have sent to me are wonderful। ਜਿਹੜੇ ਤੁਸੀਂ ਮੈਨੂੰ ਫੋਟੋਜ਼ ਭੇਜੀਆਂ ਨੇ ਉਹ ਵੰਡਰਫੁਲ ਨੇ, ਆਰ ਵੰਡਰਫੁਲ, ਐਂਡ ਅ ਨੰਬਰ ਆਫ ਮੈਮੋਰੀਜ਼ have been captured and a number of memories have been captured in them। ਠੀਕ ਹੈ, ਜਿਹੜੇ ਤੁਸੀਂ ਮੈਨੂੰ ਫੋਟੋਗ੍ਰਾਫਸ ਭੇਜੀਆਂ ਉਹ ਬਹੁਤ ਵਧੀਆ ਤੇ ਉਹਨਾਂ ਅੰਦਰ ਬਹੁਤ ਜ਼ਿਆਦਾ ਜਿਹੜੀਆਂ ਮੈਮੋਰੀਜ਼ ਨੇ ਉਹ ਕੈਪਚਰਡ ਨੇ ਆਲਰੇਡੀ। ਠੀਕ ਹੈ, ਦੀ ਸਪੈਕਟੈਕੂਲਰ and mesmerizing landscapes, ठीक है, the spectacular and mesmerizing landscapes act as stress buster। सो आप पास्ट चल रहे हैं, ठीक है, एक्टेड एज स्ट्रेस बस्टर फॉर मी टिल द मूवमेंट। सो टिल द मूवमेंट जे लगाता दोबारा तो फिर मैं एक्ट में ले आवांगा। ठीक है जी, द मैसमराइजिंग एंड स्पेक्टेकुलर लैंडस्केप्स एक्ट एज स्ट्रेस बस्टर फॉर मी टिल द मूवमेंट। ठीक है जी, owing to this, ठीक है, owing to this इन्ना करके I would like to visit again in the future, या I would like to visit, क्योंकि आई वुड लगा ही ਦਿੱਤਾ, ਪਤਾ ਹੀ ਹੈ ਫਿਊਚਰ ਦੀ ਗੱਲ ਹੋ ਰਹੀ ਹੈ। ਸੋ ਇਨ ਦਾ ਫਿਊਚਰ ਲਿਖਣ ਦੀ ਜ਼ਰੂਰਤ ਕਰਾਂਗੇ ਤੇ ਰਿਡੰਡੈਂਸੀ ਹੋ ਜੂਗੀ, ਰਿਡੰਡੈਂਟ ਫਾਰਮ ਦੇ ਵਿੱਚ ਆਪਾਂ ਨੂੰ ਗਲਤ ਕਰ ਦੂਗਾ ਕਿਤੇ ਨਾ ਕਿਤੇ ਆ ਕੇ। ਇਜ਼ ਇਟ ਕਲੀਅਰ ਨਾਓ? ਸੋ ਇਹ ਆਪਾਂ BP1 ਬਣਾਇਆ, ਜੋ ਨੇ ਆਪਾਂ ਨੂੰ ਮੰਗਿਆ ਸੀਗਾ ਥੈਂਕ them ਫॉर ਦਾ ਹੌਲੀਡੇਜ਼, ਕਿ ਜਿਹੜੇ ਤੁਸੀਂ ਹੌਲੀਡੇਜ਼ ਤੇ ਗਏ ਹੋ ਉਹਨਾਂ ਦਾ ਥੈਂਕ ਯੂ ਕਰੋ। ਸੋ ਆਪਾਂ ਉਹਨਾਂ ਦਾ ਥੈਂਕ ਯੂ ਕੀਤਾ ਤੇ ਉਹਨਾਂ ਨੇ ਜਿਹੜੀਆਂ ਫੋਟੋਗ੍ਰਾਫਸ ਤੁਹਾਨੂੰ ਭੇਜੀਆਂ, ਆਪਾਂ ਫੋਟੋਗ੍ਰਾਫਸ ਦੇ ਅਕੋਰਡਿੰਗਲੀ ਵੀ ਉਹਨਾਂ ਦੇ ਨਾਲ ਟਾਈ ਅਪ ਕੀਤਾ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਫੋਟੋਗ੍ਰਾਫਸ ਵੀ ਸੈਂਡ ਕੀਤੀਆਂ। ठीक है, हाँ जी सर, ऐसे ਵਿੱਚ ਤਾਂ ਫਾਰਮੈਟ ਵਿੱਚ ਸਮਝਾਇਆ ਹੋਇਆ ਕਿ ਕਿਵੇਂ ਇੰਟਰੋਡਕਸ਼ਨ ਦੈਨ BP1 2। हाँ, इंट्रोडक्शन ਆਪਾਂ ਸਟਾਰਟਿੰਗ ਤੇ ਦੇਤੀ। ਇਹਦੇ ਵਿੱਚ ਕਿਵੇਂ ਫਾਰਮੈਟ ਹੁੰਦਾ ਲੈਟਰ ਦੇ ਵਿੱਚ? ਇੱਕੋ ਪੈਰਾਗ੍ਰਾਫ ਲਿਖਣਾ ਹੁੰਦਾ ਕਿ ਇਹਨੂੰ ਅਗਲਾ ਜਿਹੜਾ ਬੁਲੇਟ ਹੈ ਉਹ ਨੈਕਸਟ BP 'ਚ ਜਾਊਗਾ। ਓਕੇ, ਠੀਕ ਹੈ, ਸਾਈਨਿੰਗ ਆਫ ਜਿਹੜੀ ਕਰਨੀ ਹੈ ਉਹ ਅਲੱਗ ਤੋਂ ਇੱਕ ਲਾਈਨ ਬਣਦੀ ਹੈ, ਮੈਂ ਨਾਲ ਨਾਲ ਤੁਹਾਨੂੰ ਸਾਰਾ ਦੱਸਦਾ ਉਹਦੇ 'ਚ। ਠੀਕ ਹੈ, ਸੋ ਹੁਣ ਅਗਲਾ ਕੁਐਸਚਨ ਕੀ ਹੈ? ਐਕਸਪਲੇਨ ਵਾਈ ਯੂ ਡਿਡਨਟ ਰਾਈਟ ਅਰਲੀਅਰ। ਤੁਸੀਂ ਉਹਨਾਂ ਨੂੰ ਐਕਸਪਲੇਨ ਕਰੋ, ਤੁਸੀਂ ਉਹਨਾਂ ਨੂੰ ਪਹਿਲੇ ਕਿਉਂ ਨਹੀਂ ਰਾਈਟ ਕਰ ਸਕੇ। ਠੀਕ ਹੈ, ਹੁਣ ਆਪਾਂ ਐਕਸਪਲੇਨ ਕਰਨ ਲੱਗੇ ਉਹਨਾਂ ਨੂੰ। ਦੂਸਰਾ ਸਰ ਇਹਦੇ 'ਚ ਇਹ ਤਾਂ ਨਹੀਂ ਹੁੰਦਾ ਕਿ ਲਾਈਕ ਆਪਾਂ ਜਦੋਂ BP ਬਣਾ ਰਹੇ ਹਾਂ ਕਿ ਆਪਾਂ ਜਿਵੇਂ ਐਸੇ 'ਚ ਹੁੰਦਾ ਕਿ 60 ਵਰਡਸ ਦੇ 3 ਕੋਈ ਲੈਣਾ ਦੇਣਾ ਇਹਦੇ ਨਹੀਂ। 'ਚ ਤਾਂ ਨਹੀਂ ਨਾ
150 वर्ड तो लेके 200 वर्ड तक कंप्लीट कर दो। Overall मतलब level। हाँ जी बिल्कुल। I'm sorry for writing late। मैं माफ़ी मंगदा कि मैं लेट लिख रहा। Since when I landed back in my city, when I landed back in my city, ਹੁਣ ਆਪਾਂ ਇੱਕ ਬਹਾਨਾ ਦੇਣਾ ਜੀ ਉਹਨੂੰ, ਕੋਈ ਵੀ ਬਹਾਨਾ ਦੇ ਲਓ ਤੁਸੀਂ, ਠੀਕ ਹੈ। ਹੁਣ ਜਨਰਲ ਦਾ ਸਟੂਡੈਂਟ ਹੈ, ਪਤਾ ਹੀ ਹੈ ਥੋੜਾ ਸਿਆਣਾ ਹੁੰਦਾ ਹੈ, ਮਤਲਬ ਕੋਈ ਜੌਬ ਵਾਲਾ ਪਰਸਨ ਹੁੰਦਾ, ਬੇਸਿਕਲੀ ਪ੍ਰੋਫੈਸ਼ਨਲ ਹੁੰਦਾ। ਸੋ ਵੈਨ ਆਈ ਲੈਂਡਡ ਬੈਕ ਇਨ ਮਾਈ ਸਿਟੀ, ਮਾਈ ਕਾਨਫਰੰਸ, ਮਾਈ ਇੰਟਰਨੈਸ਼ਨਲ ਕਾਨਫਰੰਸ ਡੇਟ ਹਿੱਟ ਮੀ। ਮੇਰੇ ਇੰਟਰਨੈਸ਼ਨਲ ਕਾਨਫਰੰਸ ਦੀ ਉੱਥੇ ਇੱਕ ਡੇਟ ਮੈਨੂੰ ਹਿੱਟ ਕਰ ਗਈ, ਠੀਕ ਹੈ। ਦਸ ਆਈ ਨੀਡਡ ਟੂ ਹੈਡ ਟੂਵਰਡਸ। ਹੁਣ ਆਹ ਵਰਡ ਜਿਹੜੇ ਮੈਂ ਬੋਲਦਾ ਪਿਆ ਸਾਰੇ ਇਨਫਾਰਮਲ ਵਰਡਸ ਨੇ, ਪਰਸਨਲ 'ਚ ਯੂਜ਼ ਹੁੰਦੇ ਆ। ਹਿੱਟ ਮੀ, ਜੇ ਆਪਾਂ ਆਪਣੇ ਬੌਸ ਨੂੰ ਲਿਖ ਰਹੇ ਹਾਂ ਫਿਰ ਹਿੱਟ ਨਹੀਂ ਯੂਜ਼ ਕਰ ਸਕਦੇ, ਫਿਰ ਤਾਂ ਬਹੁਤ ਜ਼ਿਆਦਾ ਫਾਰਮਲ ਹੋ ਕੇ ਲੈਟਰ ਲਿਖਣੀ ਪੈਂਦੀ ਹੈ। ਇਹ ਪਰਸਨਲ ਹੈ। ਦਸ ਆਈ ਨੀਡਡ, ਹੁਣ ਇੱਥੇ ਲਿਖਤਾ ਟੂ ਹੈਡ ਟੂਵਰਡਸ ਕਿ ਮੈਂ ਮੂੰਹ ਚੁੱਕ ਲਿਆ ਉੱਧਰ ਨੂੰ, ਠੀਕ ਹੈ। ਪਰ ਜੇ ਫਾਰਮਲ 'ਚ ਲਿਖ ਰਹੇ ਆ, ਆਈ ਹੈਵ ਟੂ ਸ਼ੋ ਮਾਈ ਪ੍ਰੈਜ਼ੈਂਸ ਦੇਅਰ, ਥੋੜੇ ਤਰੀਕੇ ਨਾਲ ਚੱਲਣਾ ਹੁੰਦਾ। ਆਈ ਨੀਡਡ ਟੂ ਹੈਡ ਟੂਵਰਡਸ, ठीक है। मैं एक एग्जांपल रह रहा XYZ इंस्टीट्यूट, आई हैड टूवर्ड्स XYZ इंस्टीट्यूट जयपुर। इस तो बाद फिर कोमा, जे तुसी जयपुर तो बाद कोमा नहीं लगाते, लाइन अगर डायरैक्ट लै जाते हो तो बैंड कटूगा, ठीक है। जयपुर टू बी अ पार्ट ऑफ डेट इवेंट। वैसे जयपुर फुल स्टॉप नहीं लगा सकते है जी ये रूल की समझ नहीं आया कि जयपुर सर, पिछली लाइन ਆਪਾਂ ब्रेक करते पे ना ਉਹਦੇ ਵਿੱਚ ਆ ਕੇ, ठीक है। टू बी अ पार्ट ऑफ डेट इवेंट फुल स्टॉप। नाउ आई हैव कम बैक एंड एवरीथिंग सीम्स टू बी नॉर्मल। ਹੁਣ ਮੈਂ ਵਾਪਿਸ ਆ ਗਿਆ ਤੇ ਹੁਣ ਹਰ ਚੀਜ਼ ਮੇਰੇ ਲਈ ਨਾਰਮਲ ਲੱਗ ਰਹੀ ਹੈ, ਹੁਣ ਮੈਨੂੰ ਕੋਈ ਇਹਦੇ ਵਿੱਚ ਟਰਬਲ ਨਹੀਂ ਆ ਰਹੀ, ਠੀਕ ਹੈ। ਸੋ ਹੁਣ ਆਪਾਂ ਦੱਸਤਾ ਨਾ, ਵੇਖੋ ਪ੍ਰੋਪਰ ਇੱਕ ਰੀਜ਼ਨ ਦੇਣਾ ਉਹਨੂੰ, ਘੱਟੋ ਘੱਟ 20 ਤੋਂ 25 ਵਰਡ, 30 ਵਰਡ, 40 ਵਰਡ ਦਾ, ਕਿ ਕਿਉਂ ਤੁਸੀਂ ਮਤਲਬ ਉਹਨੂੰ ਲੈਟਰ ਲਿਖਣ 'ਚ ਦੇਰੀ ਕੀਤੀ। ਸੋ 2 ਵਰਡਸ ਆਪਾਂ ਕਰਤੇ, 2 ਬੁਲੇਟਸ ਕੰਪਲੀਟਡ ਨੇ। ਥਰਡ ਬੁਲੇਟ ਹੁਣ ਜਿਹੜਾ ਆਪਣਾ ਚੱਲਣ ਲੱਗਾ ਹੈ, ਇਨਵਾਈਟ them ਟੂ ਕਮ ਐਂਡ ਸਟੇ ਵਿਦ ਯੂ। ਹੁਣ ਤੁਸੀਂ ਉਹਨਾਂ ਨੂੰ ਇਨਵਾਈਟ ਕਰੋ ਕਿ ਆਓ ਤੇ ਸਾਡੇ ਨਾਲ ਰਹੋ। ਇਹਦਾ ਮਤਲਬ ਕੋਈ ਹੁਣ ਫੰਕਸ਼ਨ ਥਰੋ ਕਰਨਾ ਪੈਣਾ ਤਾਂ ਹੀ ਆਣਗੇ, ਉਵੇਂ ਤਾਂ ਬੁਲਾ ਨਹੀਂ ਸਕਦੇ। ਬਸ ਨੈਕਸਟ ਮੰਥ ਕੁਝ ਵੀ, ਫਾਦਰ ਦੀ ਰਿਟਾਇਰਮੈਂਟ ਕਰਾਈ ਇਹਦੇ ਵਿੱਚ ਮੈਂ। ਨਹੀਂ ਤੁਸੀਂ ਜੇ ਪੈਰਾਗ੍ਰਾਫ ਤੁਹਾਨੂੰ ਲੱਗ ਰਿਹਾ ਵੱਡਾ, ਇੱਕ ਲਾਈਨ ਲਿਖਣ ਤੋਂ ਬਾਅਦ ਆਈ ਐਮ ਬਲੈਸਡ ਵੱਲ ਲੈ ਜਾਓ, ਕੋਈ ਇਸ਼ੂ ਨਹੀਂ। ਆਈ ਐਮ ਬਲੈਸਡ ਯੂ ਹੈਵ ਫਰੈਂਡਸ ਲਾਈਕ ਯੂ, ਕੋਈ ਇਸ਼ੂ ਨਹੀਂ ਉਸਦਾ, ਠੀਕ ਹੈ। ਨੈਕਸਟ ਮੰਥ I will be throwing a party। ਹੁਣ ਤੁਸੀਂ ਕਹੋਗੇ ਥਰੋ, ਪਾਰਟੀ ਹਮੇਸ਼ਾ ਥਰੋ ਕੀਤੀ ਜਾਂਦੀ ਹੈ। I will be throwing a party at the retirement of my father at the retirement of my father। This event will be memorable and the most cherishing moment for him। ਇਹ ਇਵੈਂਟ ਉਹਨਾਂ ਲਈ ਮੈਮੋਰੇਬਲ ਹੋਊਗਾ ਤੇ ਮੋਸਟ ਚੈਰਿਸ਼ਿੰਗ ਹੋਊਗਾ, ਠੀਕ ਹੈ। I will be delighted, ਠੀਕ ਹੈ, ਮੈਂ ਬੜਾ ਖੁਸ਼ ਹੋਵਾਂਗਾ if I will be delighted if you attend this function। if ਇੱਕ ਮਿੰਟ ਰੁਕ ਜਾਓ, ਆਪਾਂ ਸਾਰਿਆਂ ਨੂੰ ਬੁਲਾਇਆ ਨਾ, ਇੱਕ ਮਿੰਟ। ਸੋ ਆਪਾਂ ਲਿਖ ਰਹੇ ਹਾਂ ਇਨਵਾਈਟ them to come। them ਮਤਲਬ ਸਾਰਿਆਂ ਨੂੰ ਬੁਲਾਓ ਜਿਨ੍ਹਾਂ ਨਾਲ ਤੁਸੀਂ ਰਹੇ ਸੀ,
So I will be delighted if you all attend this function. ਮੈਂ ਬੜਾ ਖੁਸ਼ ਹੋਵਾਂਗਾ ਜੇ ਤੁਸੀਂ ਸਾਰੇ ਜਾਣੇ ਫੰਕਸ਼ਨ ਨੂੰ ਅਟੈਂਡ ਕਰਦੇ ਹੋ, ਠੀਕ ਹੈ। ਇਹ ਥੋੜਾ ਕੰਪਲੀਟ ਹੋ ਗਿਆ। ਹੁਣ ਆਪਾਂ ਸਾਈਨਿੰਗ ਆਫ ਵੱਲ ਚੱਲ ਰਹੇ ਹਾਂ। ਆਈ ਹੋਪ ਯੂ ਕੈਨ ਮੇਕ ਇਟ। ਹੁਣ ਆਪਾਂ ਬੋਸ ਨੂੰ ਨਹੀਂ ਇਦਾਂ ਲਿਖ ਸਕਦੇ। ਆਈ ਹੋਪ ਯੂ ਵਿਲ ਡੈਫੀਨੇਟਲੀ ਅਟੈਂਡ ਦਿਸ ਸੈਰੇਮਨੀ। ਜੋ ਮਰਜ਼ੀ ਆਪਾਂ ਬੋਸ ਨੂੰ ਬੜੇ ਜ਼ਿਆਦਾ ਨਿਮਰਤਾ ਦੇ ਨਾਲ ਆਪਾਂ ਲਿਖਦੇ ਹਾਂ। ਦੋਸਤਾਂ ਵਿੱਚ ਤਾਂ ਆਪਣਾ ਸਾਰਾ ਚੱਲਦਾ ਹੈ। I hope you all can make it or you can make it. ਯੂ ਕੈਨ ਮੇਕ ਇਟ, ਯੂ ਆਲ ਸਾਰੇ ਹੀ ਆ ਗਏ ਨਾ ਵਿੱਚ, ਅੱਛਾ ਠੀਕ ਹੈ। ਉਹ ਤਾਂ ਆਪਾਂ ਉੱਪਰ ਥੋੜਾ ਉਹਨੂੰ ਹੋਰ ਜ਼ਿਆਦਾ ਡੀਪ ਚ ਜਾ ਕੇ ਦੱਸਦੇ ਪਏ ਸੀ, ਬਟ ਯੂ ਚ ਸਾਰੇ ਹੀ ਆ ਗਏ, ਠੀਕ ਹੈ। ਯੂ ਆਲ ਕੈਨ ਮੇਕ ਇਟ। ਹੁਣ ਆਪਾਂ ਨੂੰ ਬੁਲਾਇਆ ਹੈ ਕਿ ਆ ਜਾ। ਹੁਣ ਇਹਦਾ ਮਤਲਬ ਕੀ ਲਿਖਾਂਗੇ? ਸੀ ਯੂ ਸੂਨ, ਓਕੇ ਠੀਕ ਹੈ। ਜੋ ਮਰਜ਼ੀ ਆਪਾਂ ਇੱਥੇ ਲਿਖ ਸਕਦੇ ਹਾਂ। ਇਜ਼ ਇਟ ਕਲੀਅਰ? ਸੋ ਆਹ ਤੁਹਾਡੀ ਜਿਹੜੀ ਲੈਟਰ ਹੈ, ਦਿਸ ਲੈਟਰ ਇਜ਼ ਨੋਨ ਟੂ ਸੇ ਪਰਸਨਲ ਲੈਟਰ, ਠੀਕ ਹੈ। ਕੋਈ ਟਰਬਲ ਵਾਲੀ ਗੱਲ ਨਹੀਂ ਹੈ ਇਹਦੇ ਵਿੱਚ। ਪਰਸਨਲ ਬੇਸਿਸ ਜੋ ਮਰਜ਼ੀ ਲਿਖੀ ਜਾਓ। ਜੇ ਕੋਈ ਵੀ ਪ੍ਰੋਬਲਮ ਤੁਹਾਨੂੰ ਆਉਂਦੀ ਹੈ ਤੁਸੀਂ ਟਾਈ ਅਪ ਕਰ ਸਕਦੇ ਹੋ, ਠੀਕ ਹੈ ਜੀ। ਥੈਂਕ ਯੂ।